ਅਨਡਿਕਲੇਅਰ ਐਮਰਜੈਂਸੀ ਇੱਕ ਤਾਂ 1975 ਦੇ ਵਿੱਚ ਇੰਦਰਾ ਗਾਂਧੀ ਵੇਲੇ ਡਿਕਲੇਅਰ ਲੱਗੀ, ਉਹਨਾਂ ਸੰਵਿਧਾਨ ਦੇ ਕਾਨੂੰਨ ਦਾ ਸਹਾਰਾ ਲਿਆ। ਤੁਸੀਂ ਪੱਤਰਕਾਰ ਤੁਹਾਡੇ ਪੇਜ ਬੰਦ ਹੋ ਰਹੇ ਨੇ, ਤੁਹਾਡੇ ਟਵਿੱਟਰ ਅਕਾਊਂਟ ਬੰਦ ਹੋ ਰਹੇ ਨੇ, ਤੇ ਜਦੋਂ ਇਦਾਂ ਦੀ ਕਾਨੂੰਨੀ ਲੜਾਈ ਜਾਂ ਇੱਕ ਸਿੰਬੋਲਿਕ ਸਿਧਾਂਤਕ ਲੜਾਈ ਆ, ਤੇ ਅਕਾਲ ਤਖਤ ਸਾਹਿਬ ਤੋਂ ਅੱਜ ਜਿਹੜਾ ਉਹਨਾਂ ਨੇ ਕਾਲ ਕੀਤੀ ਹੈਗੀ ਆ, ਉਹ ਇੱਕ ਸਿਧਾਂਤਕ ਲੜਾਈ, ਔਰ ਸਿਧਾਂਤਕ ਲੜਾਈ ਦਾ ਜ਼ਿਆਦਾ ਅਸਰ ਪੈਂਦਾ ਹੈਗਾ। ਕਿਉਂਕਿ ਸਰਕਾਰ ਦੀ ਇਹ ਸਮੱਸਿਆ ਹੈਗੀ ਹੈ, ਸਰਕਾਰ ਸੱਚ ਸੁਣਨਾ ਨਹੀਂ ਚਾਹੁੰਦੀ, ਔਰ ਸੱਚ ਸੁਣਨ ਵਾਸਤੇ ਤੁਹਾਨੂੰ ਜਿਗਰਾ ਚਾਹੀਦਾ। ਤੇ ਸੱਚ ਕੀ ਹੁੰਦਾ? ਲੋਕਾਂ ਦੇ ਹੁੰਦੇ ਨੇ ਦਰਦ, ਲੋਕਾਂ ਦੇ ਦੁੱਖ ਤਕਲੀਫਾਂ, ਲੋਕਾਂ ਦੇ ਹੁੰਦੇ ਜਿਹੜੇ ਤੁਸੀਂ ਚੋਣ ਵਾਅਦੇ ਕੀਤੇ ਹੁੰਦੇ ਨੇ, ਲੋਕਾਂ ਦੀਆਂ ਜਿਹੜੀਆਂ ਪ੍ਰੋਬਲਮਸ ਹੈਗੀਆਂ ਨੇ, ਉਹ ਅਗਰ ਤੁਸੀਂ ਨਹੀਂ ਸੁਣਦੇ ਤੇ ਅੱਜ ਠੀਕ ਹੈ ਤੁਹਾਡੀ ਸਰਕਾਰ ਬਣ ਗਈ, 5 ਸਾਲ ਬਾਅਦ ਲੋਕੀ ਤੁਹਾਨੂੰ ਵੀ ਪਲਟ ਦੇਣਗੇ ਹੈਗੀ। ਹਜੇ ਤੇ ਇਹਨਾਂ ਨੂੰ ਨਵੇਂ ਨੂੰ ਚੰਗਾ ਲੱਗਦਾ ਹੈਗਾ, ਪਰ ਜਦੋਂ ਲੋਕ ਪਲਟ ਦਿੰਦੇ, ਇੱਥੇ ਤਾਂ ਇੰਦਰਾ ਗਾਂਧੀ ਵੀ ਹਾਰ ਗਈ ਸੀ। ਉਹ ਕੀ ਨਾ ਇਹਨਾਂ ਨੂੰ ਭੁਲੇਖਾ ਹੈਗਾ, ਲੋਕਾਂ ਨੂੰ ਭੁਲੇਖਾ ਹੀ ਕੈਪਟਨ ਅਮਰਿੰਦਰ ਸਿੰਘ ਦੇ ਇੱਥੇ ਦਾਦੇ ਵੀ ਹਾਰੇ ਸੀ, ਉੱਥੋਂ ਹੀ ਭਦੌੜ ਤੋਂ ਬਾਬਾ ਅਰਜਨ ਸਿੰਘ ਫਰੀडम ਫਾਈਟਰ ਇਹ ਜਿਨ੍ਹਾਂ ਨੇ ਗੱਡੇ ਤੇ ਪ੍ਰਚਾਰ ਕੀਤਾ ਹੈਗਾ। ਇਹ ਲੋਕ ਰਾਜ 'ਚ ਲੋਕ ਵੱਡੇ ਹੈਗੇ ਨੇ, ਪਰ ਇਹਨਾਂ ਨੂੰ ਭੁਲੇਖਾ ਪੈ ਜਾਂਦਾ ਹੈ ਨਾ। ਪ੍ਰੈਸ ਦੀ ਆਜ਼ਾਦੀ ਬਹਾਲੀ ਲਈ ਪਿਛਲੇ ਦਿਨਾਂ ਦੇ ਵਿੱਚ ਜੋ ਚੁਣੌਤੀਆਂ ਪੰਜਾਬ ਦੇ ਵਿੱਚ, ਜਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕੀਤਾ ਪੰਜਾਬੀ ਮੀਡੀਆ ਨੇ, ਪੱਤਰਕਾਰਾਂ ਨੇ, ਉਹਨਾਂ ਨੂੰ ਲੈ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਵਿੱਚ ਇਕੱਤਰਤਾ ਬੁਲਾਈ ਗਈ ਸੀ। ਉਸ ਦੇ ਵਿੱਚ ਸੀਨੀਅਰ ਜਰਨਲਿਸਟ ਉਹਨਾਂ ਨੇ ਸੰਬੋਧਨ ਵੀ ਕੀਤਾ, ਤਮਾਮ ਗੱਲਬਾਤ ਹੋਈ ਆ। ਅਸੀਂ ਸਾਰਾ ਇਹਦਾ ਵਿਸ਼ਲੇਸ਼ਣ ਕਰਦੇ ਹਾਂ। ਮੇਰੇ ਨਾਲ ਸੀਨੀਅਰ ਪੱਤਰਕਾਰ ਜਿਹੜੇ ਜਗਤਾਰ ਸਿੰਘ ਜੀ ਭੁੱਲਰ ਨੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਅੱਜ ਦੀ ਜਿਹੜੀ ਇਹ ਇਕੱਤਰਤਾ ਔਰ ਪਿਛਲੇ ਦਿਨਾਂ ਦੇ ਵਿੱਚ ਜੋ ਚੁਣੌਤੀਆਂ ਸੀਗੀਆਂ ਤੇ ਉਹ ਭਵਿੱਖ ਦੀ ਰਣਨੀਤੀ ਕਿਵੇਂ ਦੇਖ ਰਹੇ ਹੋ ਜੀ? ਦੇਖੋ, ਸਭ ਤੋਂ ਵੱਡੀ ਗੱਲ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਬੁਲਾਇਆ ਹੈਗਾ, ਔਰ ਪਹਿਲੀ ਦਫਾ ਇਦਾਂ ਦੀ ਐਕਸਰਸਾਈਜ਼ ਹੋਈ ਹੈ, ਔਰ ਮੈਨੂੰ ਲੱਗਾ ਚੰਗਾ ਹੈਗਾ, ਕਿਉਂਕਿ ਇੱਕ ਪੰਜਾਬ ਜਿਹੜੇ ਪ੍ਰਸਤ ਪੱਤਰਕਾਰ ਹੈ, ਜਿਹੜੇ ਪੰਜਾਬ ਦੀ ਗੱਲ ਕਰਦੇ ਜਾਂ ਦੇਸ਼ ਦੀ ਗੱਲ ਕਰਦੇ ਹੈਗੇ ਨੇ, ਉਹਨਾਂ ਨੂੰ ਬਲ ਮਿਲਿਆ। ਕਿਉਂਕਿ ਹਿੰਦੁਸਤਾਨ ਦੇ ਵਿੱਚ ਜਦੋਂ ਦੀ 2014 ਤੋਂ ਹਿੰਦੁਸਤਾਨ ਦੇ ਵਿੱਚ ਇਦਾਂ ਦਾ ਮਾਹੌਲ ਸਿਰਜਿਆ ਜਾ ਚੁੱਕਾ ਜਾਂ ਲੋਕ ਮਹਿਸੂਸ ਕਰ ਚੁੱਕੇ ਹੈਗੇ ਨੇ। ਅਨਡਿਕਲੇਅਰ ਐਮਰਜੈਂਸੀ ਇੱਕ ਤਾਂ 1975 ਦੇ ਵਿੱਚ ਇੰਦਰਾ ਗਾਂਧੀ ਵੇਲੇ ਡਿਕਲੇਅਰ ਲੱਗੀ, ਉਹਨਾਂ ਸੰਵਿਧਾਨ ਦੇ ਕਾਨੂੰਨ ਦਾ ਸਹਾਰਾ ਲਿਆ। ਇੱਥੇ ਇਹਨੂੰ ਕਾਨੂੰਨ ਦਾ ਸਹਾਰਾ ਨਹੀਂ ਲੈ ਰਹੇ, ਇਹਦੇ ਤੇ ਅਨਡਿਕਲੇਅਰ ਐਮਰਜੈਂਸੀ ਆ, ਤੇ ਇਸ ਕਰਕੇ ਉਹ ਬਲ ਮਿਲਿਆ। ਔਰ ਸਰਕਾਰਾਂ ਨੂੰ, ਪੰਜਾਬ ਸਰਕਾਰ ਹੋਵੇ ਚਾਹੇ ਸੈਂਟਰ ਸਰਕਾਰ ਹੋਵੇ, ਉਹਨਾਂ ਨੂੰ ਇੱਕ ਮੈਸੇਜ ਆਊਗਾ। ਔਰ ਅਕਾਲ ਤਖਤ ਸਾਹਿਬ ਤੋਂ ਅਗਰ ਇੱਦਾਂ ਦਾ ਕਾਲ ਜਾਂਦੀ ਹੈਗੀ ਤੇ ਡੈਫੀਨੇਟ ਇੱਕ ਬਲ ਵੀ ਮਿਲਦਾ ਹੈਗਾ, ਔਰ ਖਾਸ ਕਰਕੇ ਜਿਹੜਾ ਇੱਕ ਡਰ ਦਾ ਮਾਹੌਲ, ਖੌਫ ਦਾ ਮਾਹੌਲ ਸੀ, ਔਰ ਉਹ ਉੱਤੇ ਵੀ ਕੋਈ ਨਾ ਕੋਈ ਹੋਏਗਾ, ਫਰਕ ਪਏਗਾ। ਕਿਉਂਕਿ ਤੁਸੀਂ ਪੱਤਰਕਾਰ ਤੁਹਾਡੇ ਪੇਜ ਬੰਦ ਹੋ ਰਹੇ ਨੇ, ਤੁਹਾਡੇ ਟਵਿੱਟਰ ਅਕਾਊਂਟ ਬੰਦ ਹੋ ਰਹੇ ਨੇ, ਤੇ ਜਦੋਂ ਇਦਾਂ ਦੀ ਕਾਨੂੰਨੀ ਲੜਾਈ ਜਾਂ ਇੱਕ ਸਿੰਬੋਲਿਕ ਸਿਧਾਂਤਕ ਲੜਾਈ ਆ, ਤੇ ਅਕਾਲ ਤਖਤ ਸਾਹਿਬ ਤੋਂ ਅੱਜ ਜਿਹੜਾ ਉਹਨਾਂ ਨੇ ਕਾਲ ਕੀਤੀ ਹੈਗੀ ਆ, ਉਹ ਇੱਕ ਸਿਧਾਂਤਕ ਲੜਾਈ, ਔਰ ਸਿਧਾਂਤਕ ਲੜਾਈ ਦਾ ਜ਼ਿਆਦਾ ਅਸਰ ਪੈਂਦਾ ਹੈਗਾ। ਔਰ ਮੈਨੂੰ ਲੱਗਦਾ ਕਿ ਸਰਕਾਰਾਂ ਅਗਰ ਸਿਆਣੀਆਂ ਹੋਣ, ਸਮਝਦਾਰ ਹੋਣ, ਤੇ ਜੋ ਜਥੇਦਾਰ ਸਾਹਿਬ ਵੱਲੋਂ ਅੱਜ ਬੋਲੇ ਗਏ ਨੇ, ਉਸ 'ਤੇ ਉਹਨਾਂ ਨੂੰ ਗੌਰ ਕਰਨਾ ਚਾਹੀਦਾ ਹੈਗਾ। ਇਹ ਵੀ ਗੱਲ ਹੋਈ ਹੈ ਜੀ ਕਿ ਜਿਹੜਾ ਮਾਹੌਲ ਸਿਰਜਿਆ ਜਾ ਰਿਹਾ, ਜਿਹੜਾ ਬਰਤਾਂਤ ਬਣਾਇਆ ਗਿਆ, ਔਰ ਪੱਤਰਕਾਰਾਂ ਦੇ ਵੱਲੋਂ ਇਹ ਗੱਲ ਵੀ ਆਈ ਹੈ, ਸੀਨੀਅਰ ਜਿਹੜੇ ਸਹਿਯੋਗੀ ਉਹਨਾਂ ਦੇ ਵੱਲੋਂ ਇਹ ਗੱਲਾਂ ਰੱਖੀਆਂ ਗਈਆਂ ਕਿ ਜਿਹੜਾ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਤਾਂ ਹੈਗਾ ਹੀ ਹੈਗਾ, ਉਹਦੇ ਨਾਲ ਜਿਹੜਾ ਸਰਕਾਰ ਜਿਹੜਾ ਇਹ ਗਲਾ ਘੁੱਟ ਕੇ ਸਰਕਾਰ ਜਿਹੜੀ ਸੈਂਸਰਸ਼ਿਪ ਟਰਮਸ ਐਂਡ ਕੰਡੀਸ਼ਨ ਲਗਾਤਾਰ ਲਾਗੂ ਕਰ ਰਹੀ ਹੈ, ਉਹਦੇ ਨਾਲ ਸਰਕਾਰ ਚਾਹੁੰਦੀ ਕੀ ਹੈ ਜੀ? ਕਿਉਂਕਿ ਸਰਕਾਰ ਦੀ ਇਹ ਸਮੱਸਿਆ ਹੈਗੀ ਹੈ, ਸਰਕਾਰ ਸੱਚ ਸੁਣਨਾ ਨਹੀਂ ਚਾਹੁੰਦੀ, ਔਰ ਸੱਚ ਸੁਣਨ ਵਾਸਤੇ ਤੁਹਾਨੂੰ ਜਿਗਰਾ ਚਾਹੀਦਾ ਤੁਹਾਡੇ, ਤੇ ਜੇ ਤੁਸੀਂ ਸੱਚ ਨਹੀਂ ਸੁਣਦੇ, ਤੁਹਾਡੇ ਮਤਲਬ ਜਿਗਰੇ ਦੇ ਵਿੱਚ ਜਾਨ ਨਹੀਂ ਹੈਗੀ। ਤੇ ਸੱਚ ਕੀ ਹੁੰਦਾ? ਲੋਕਾਂ ਦੇ ਹੁੰਦੇ ਨੇ ਦਰਦ, ਲੋਕਾਂ ਦੇ ਦੁੱਖ ਤਕਲੀਫਾਂ, ਲੋਕਾਂ ਦੇ ਹੁੰਦੇ ਜਿਹੜੇ ਤੁਸੀਂ ਚੋਣ ਵਾਅਦੇ ਕੀਤੇ ਹੁੰਦੇ ਨੇ, ਲੋਕਾਂ ਦੀਆਂ ਜਿਹੜੀਆਂ ਪ੍ਰੋਬਲਮਸ ਹੈਗੀਆਂ ਨੇ, ਉਹ ਅਗਰ ਤੁਸੀਂ ਨਹੀਂ ਸੁਣਦੇ ਤੇ ਅੱਜ ਠੀਕ ਹੈ ਤੁਹਾਡੀ ਸਰਕਾਰ ਬਣ ਗਈ, 5 ਸਾਲ ਬਾਅਦ ਲੋਕੀ ਤੁਹਾਨੂੰ ਵੀ ਪਲਟ ਦੇਣਗੇ। ਤੇ ਸਰਕਾਰਾਂ ਉਹੀ ਠੀਕ ਹੁੰਦੀਆਂ ਨੇ ਜਿਹੜੀ ਲੋਕਾਂ ਦੀ ਆਵਾਜ਼ ਸੁਣਨ, ਤੇ ਜੇ ਤੁਸੀਂ ਲੋਕਾਂ ਦੀ ਆਵਾਜ਼ ਦਬਾਓਗੇ ਤੇ ਫਿਰ ਕਿੰਨਾ ਕੁ ਚਿਰ ਤੁਸੀਂ ਰਾਜ ਕਰ ਲੋਗੇ ਨਾ? ਇਹ ਤੇ ਹੈ ਨਹੀਂ ਆ। ਔਰ ਇਹ ਭੁਲੇਖੇ ਹੁੰਦੇ ਸਰਕਾਰਾਂ ਨੂੰ, 5 ਸਾਲ ਵਾਸਤੇ ਜਿਹੜੇ ਭੁਲੇਖੇ ਨਿਕਲ ਜਾਂਦੇ ਹੈਗੇ ਨੇ। ਤੇ ਵੱਡੇ ਪਹਿਲਾਂ ਲੀਡਰਾਂ ਨੂੰ ਬਹੁਤ ਵੱਡੇ ਭੁਲੇਖੇ ਸੀ, ਉਹ ਕੋਈ 18 ਤੇ ਰਹਿ ਗਿਆ, ਕੋਈ 3 ਤੇ ਰਹਿ ਗਿਆ, ਠੀਕ ਹੈ। ਤੇ ਇਸ ਕਰਕੇ ਸ਼ਾਇਦ ਇਹ ਸਰਕਾਰ ਨੂੰ ਅਜੇ ਨਿਆਣੀ ਵੀ ਆ ਤੇ ਨਵੀਂ ਵੀ ਆ, ਤੇ ਉਹ ਬੜਾ ਫਰਕ ਹੈਗਾ ਜੇ ਸਮਝਣ ਲੱਗੇ। ਕਿਉਂਕਿ ਖੁਦ ਜਿਹੜੇ ਸੋਸ਼ਲ ਮੀਡੀਆ ਤੋਂ ਪੈਦਾ ਹੋਏ ਨੇ, ਕੋਈ ਇਹਨਾਂ ਦੀ ਆਪਣੀ ਕੋਈ ਵਿਚਾਰਧਾਰਾ ਨਹੀਂ ਹੈਗੀ। ਹਜੇ ਤੇ ਇਹਨਾਂ ਨੂੰ ਨਵੇਂ ਨੂੰ ਚੰਗਾ ਲੱਗਦਾ ਹੈਗਾ, ਪਰ ਜਦੋਂ ਲੋਕ ਪਲਟ ਦਿੰਦੇ, ਇੱਥੇ ਤਾਂ ਇੰਦਰਾ ਗਾਂਧੀ ਵੀ ਹਾਰ ਗਈ ਸੀ, ਤੇ ਇਸ ਕਰਕੇ ਬਹੁਤ ਵੱਡੇ ਭੁਲੇਖੇ ਨੇ। ਤੇ ਬਾਦਲ ਸਾਹਿਬ ਵੀ ਹਾਰ ਗਏ ਸਾਰੇ ਸਾਹਮਣੇ, ਸਾਰੀ ਦੁਨੀਆ ਕਹਿੰਦੀ ਸੀ ਬਾਕੀ ਭਾਵੇਂ ਹਾਰ ਜਾਣ, ਪ੍ਰਕਾਸ਼ ਸਿੰਘ ਬਾਦਲ ਸਾਹਿਬ ਨਹੀਂ ਹਾਰ ਸਕਦੇ,
ਹਾਰ ਗਏ। ਕੈਪਟਨ ਅਮਰਿੰਦਰ ਸਿੰਘ ਜੀ ਪਟਿਆਲੇ ਤੋਂ ਜੀ ਰਾਜੇ ਮਹਾਰਾਜੇ ਜੱਦੀ ਪੁਸ਼ਤੀ, ਉਹਨਾਂ ਨੂੰ ਕੌਣ ਹਰਾਉਣ ਵਾਲਾ? ਉਹ ਅਜੀਤਪਾਲ ਕੋਹਲੀ ਨੇ ਹਰਾਤਾ। ਵਿਕਰਮ ਸਿੰਘ ਮਜੀਠੀਆ ਜੀ ਨਵਜੋਤ ਸਿੰਘ ਸਿੱਧੂ ਨੂੰ ਕੌਣ ਹਰਾਉਣ ਵਾਲਾ? ਉਹ ਇੰਦਰਜੀਤ ਕੌਰ ਨੇ ਹਰਾ ਦਿੱਤਾ। ਗੋਲਡੀ ਕੰਬੋਜ ਨੇ ਸੁਬੀਰ ਬਾਦਲ ਨੂੰ ਹਰਾ ਦਿੱਤਾ। ਲਾਭ ਸਿੰਘ ਉਗੋ ਨੇ ਚਰਨਜੀਤ ਸਿੰਘ ਚੰਨੀ ਨੂੰ ਹਰਾ ਦਿੱਤਾ। ਲੋਕ ਹੀ ਨਾ, ਲੋਕ ਇਹਨਾਂ ਨੂੰ ਭੁਲੇਖਾ ਹੈਗਾ, ਲੋਕਾਂ ਨੂੰ ਭੁਲੇਖਾ ਹੀ। ਕੈਪਟਨ ਅਮਰਿੰਦਰ ਸਿੰਘ ਦੇ ਇੱਥੇ ਦਾਦੇ ਵੀ ਹਾਰੇ ਸੀ, ਉੱਥੋਂ ਹੀ ਭਦੌੜ ਤੋਂ। ਬਾਬਾ ਅਰਜਨ ਸਿੰਘ ਫਰੀਡਮ ਫਾਈਟਰ ਇਹ ਜਿਨ੍ਹਾਂ ਨੇ ਗੱਡੇ ਤੇ ਪ੍ਰਚਾਰ ਕੀਤਾ ਹੈਗਾ। ਇਹ ਲੋਕ ਰਾਜ 'ਚ ਲੋਕ ਵੱਡੇ ਹੈਗੇ ਨੇ, ਪਰ ਇਹਨਾਂ ਨੂੰ ਭੁਲੇਖਾ ਪੈ ਜਾਂਦਾ ਹੈ ਨਾ, ਕਿਉਂਕਿ ਜਦੋਂ ਤੁਹਾਡੇ ਸੱਤਾ ਹੁੰਦੀ ਨਾ, ਉਹ ਸੱਤਾ ਜਦੋਂ ਸਿਰ ਤੇ ਚੜ੍ਹ ਕੇ ਬੋਲਦੀ ਹੈਗੀ ਨਾ, ਦਿਮਾਗ ਖਰਾਬ ਹੋ ਜਾਂਦਾ। 5 ਸਾਲ ਬਾਅਦ ਦਿਮਾਗ ਸੈੱਟ ਹੋ ਜਾਂਦਾ ਹੈਗਾ। ਉਹ ਜਿਹੜੇ ਅੱਜ ਕੱਲ੍ਹ ਓਪੋਜੀਸ਼ਨ ਦੇ ਵਿੱਚ ਸਾਰਿਆਂ ਦਿਮਾਗ ਸੈੱਟ ਹੋਇਆ ਪਿਆ ਨਾ। ਆ ਕੁਰਸੀ ਚਲੇ ਜਾਂਦੀ ਹੈਗੀ, ਕੁਝ ਵੀ ਲਾ ਲਓ, ਸਾਰੇ ਸੈੱਟ। ਇੱਕ ਹੋਰ ਹੈ ਜੀ ਕਿ ਇੱਕ ਵੱਡਾ ਮੀਡੀਆ ਸਮੂਹ ਹੈ ਜਿਹੜਾ ਦਿੱਲੀ ਦੇ ਮੀਡੀਆ ਦੀ ਗੱਲ ਹੋਈ ਕਿ ਦਿੱਲੀ ਦੇ ਜਥੇਦਾਰ ਸਾਹਿਬ ਹੋਰਾਂ ਨੇ ਵੀ ਕਿਹਾ ਕਿ ਉਹ ਜਿਹੜੀ ਸਾਈਕੀ ਆ ਪੰਜਾਬ ਦੀ ਉਹਨੂੰ ਅੰਡਰਸਟੈਂਡ ਨਹੀਂ ਕਰਦੇ, ਉਹਨਾਂ ਨੂੰ ਉਹਦੀ ਅੰਡਰਸਟੈਂਡਿੰਗ ਨਹੀਂ ਹੈਗੀ, ਉਹਦੀ ਸਮਝ ਨਹੀਂ ਹੈਗੀ, ਤੇ ਵੱਡਾ ਕਾਰਪੋਰੇਟ ਆ ਜਿਹੜਾ ਉਹ ਦਿੱਲੀ ਦਾ ਮੀਡੀਆ ਡਰਾਈਵ ਕਰਦਾ ਜੀ। ਨਹੀਂ ਸਮਝ ਨਹੀਂ ਹੈਗੀ, ਜ਼ਿਆਦਾ ਸਮਝਦਾਰ ਨੇ। ਬੇਸਿਕਲੀ ਹਿੰਦੁਸਤਾਨ ਦੀ ਇਲੈਕਸ਼ਨ ਜਿੱਤਣੀ ਹੁੰਦੀ ਨਾ ਜੀ, ਹੁਣ ਇਲੈਕਸ਼ਨ ਨੂੰ ਰਹਿ ਗਏ 11 ਮਹੀਨੇ ਰਹਿ ਗਏ ਨੇ ਪਾਰਲੀਮੈਂਟ ਦੀ ਲੱਗਣਾ। 45 ਦਿਨ ਕੱਢ ਲਓ, ਜਾ ਕੇ ਮਾਰਚ ਅਪ੍ਰੈਲ 'ਚ ਡਿਕਲੇਅਰ ਹੋ ਜੂਗੀ 24 ਦੇ ਵਿੱਚ ਨੇ। ਤੁਸੀਂ 2014 2019 ਦੇ ਵਿੱਚ ਇਲੈਕਸ਼ਨ ਕਿਵੇਂ ਜਿੱਤੀ ਗਈ ਆ? ਮਨੋਰਟੀ ਨੂੰ ਦੱਬ ਕੇ, ਮੁਸਲਮਾਨ ਭਾਈਚਾਰੇ ਨੂੰ ਡਰਾ ਕੇ, ਧਮਕਾ ਕੇ। 25 ਕਰੋੜ ਮੁਸਲਮਾਨਾਂ ਦੇਸ਼ ਦਾ ਡਰ ਕੇ ਬੈਠਾ ਹੈਗਾ, ਠੀਕ ਹੈ। ਹੁਣ ਤੁਸੀਂ ਨਵਾਂ ਹਰ ਵਾਰ ਨਹੀਂ ਨਾ ਇੱਕੋ ਚੀਜ਼ ਨੂੰ ਕਰਕੇ, ਹੁਣ ਨਵਾਂ ਚੀਜ਼ ਲੱਭਣੀ ਸੀ, ਉਹਨਾਂ ਨਵੀਂ ਚੀਜ਼ ਲੱਭ ਲਈ। ਉਹ ਪੰਜਾਬ ਬਦਨਾਮ ਕਰ ਲਾ, ਜਾਂ ਪੰਜਾਬ ਕਹਿ ਲਓ ਜਾਂ ਸਿੱਖ, ਉਹ ਬਦਨਾਮ ਕਰਕੇ ਪੂਰੇ ਹਿੰਦੁਸਤਾਨ ਦੇ ਵਿੱਚ ਖੌਆ ਕ੍ਰੀਏਟ ਕਰਤਾ ਹੈਗਾ। ਉਹ 24 ਦੀ ਤਿਆਰੀ ਹੈਗੀ, ਇਸ ਕਰਕੇ ਉਹ ਮੀਡੀਆ ਜਿਹੜਾ ਦਿੱਲੀ ਦਾ ਹੈਗਾ ਉਹ ਤਾਂ ਉਹੀ ਬੋਲੂਗਾ ਜਿਹੜਾ ਉਹਨਾਂ ਦਾ ਫਿੱਟ ਹੁੰਦਾ। ਇਸ ਕਰਕੇ ਜਿਹੜਾ ਇਹ ਮੀਡੀਆ ਉਹ ਪਹਿਲਾਂ ਕਾਂਗਰਸ ਵੀ ਵਰਤਦੀ ਰਹੀ, ਕੋਈ ਨਵੀਂ ਗੱਲ ਨਹੀਂ ਹੈਗੀ। ਹੁਣ ਇਹ ਵਰਤ ਰਹੇ ਹੈਗੇ ਨੇ, ਮੀਡੀਆ 'ਤੇ ਡਿਪੈਂਡ ਕਰਦਾ ਹੈਗਾ ਨਾ ਕਿ ਉਹਨੇ ਕਿੰਨਾ ਕੀ ਹੈਗਾ। ਹੁਣ ਸਵਾਲ ਇਹ ਹੈ ਕਿ ਦੇਸ਼ ਦਾ ਮੀਡੀਆ ਕੀ ਕਹਿੰਦਾ ਹੈਗਾ। ਪੰਜਾਬ ਦਾ ਮੀਡੀਆ ਪੰਜਾਬ ਦੇ ਲੋਕਾਂ ਦੀ ਆਵਾਜ਼ ਚੁੱਕੂਗਾ ਤੇ ਸਰਕਾਰਾਂ ਨੂੰ ਤਕਲੀਫ ਹੁੰਦੀ ਹੈਗੀ ਆ, ਪਰ ਇਹ ਨਵੀਂ ਸਰਕਾਰ ਨੂੰ ਸ਼ਾਇਦ ਜ਼ਿਆਦਾ ਹੋ ਰਹੀ ਹੈ ਕਿ ਲੋਕਾਂ ਦੀ ਆਵਾਜ਼ ਤੱਕ ਸਾਡੇ ਤੱਕ ਨਹੀਂ ਪਹੁੰਚਣੀ ਚਾਹੀਦੀ ਹੈਗੀ। ਅੱਜ ਵਿਸਾਖੀ ਤੇ ਵੀ ਇੱਕ ਜਿਹੜਾ ਕੱਟ ਕਰਨ ਨੂੰ ਕਿਹਾ ਗਿਆ, ਹਾਲਾਂਕਿ ਜਿਹੜਾ ਸਰਬੱਤ ਖਾਲਸੇ ਬਾਰੇ ਉਹਨਾਂ ਨੇ ਕਮੈਂਟ ਵੀ ਕੀਤਾ ਕਿ ਝੂਠ ਨਾ ਕੋਈ ਖਬਰ ਇਸ ਤਰ੍ਹਾਂ ਦੀ ਬਣਾ ਕੇ ਚਲਾਈ ਜਾਵੇ। ਤੁਸੀਂ ਇੱਥੇ ਆਏ ਹੋ, ਜਿਹੜੀ ਪੁਲਿਸ ਦੀ ਤਿਆਰੀ ਹੈ, ਜਿਸ ਤਰ੍ਹਾਂ ਪੁਲਿਸ ਦੇ ਰਾਉਂਡ ਨੇ ਜਾਂ ਆਤਮ ਸਮਰਪਣ ਦੀਆਂ ਖਬਰਾਂ ਚੱਲ ਜਾਂਦੀਆਂ ਨੇ, ਇਹ ਇਨਪੁਟਸ ਹੁੰਦੀਆਂ ਨੇ ਜਿਹੜੀਆਂ, ਇਹ ਕੀ ਸਾਬਤ ਕੀ ਕਰਨੀਆਂ ਚਾਹੁੰਦੀਆਂ ਨੇ? ਜੇ ਅਸਲ ਵਿੱਚ ਉਹਦੇ 'ਚ ਰਿਐਲਿਟੀ ਅਜੇ ਤੱਕ ਹੋਈ ਨਹੀਂ, ਕਿਉਂਕਿ ਪਿਛਲੇ ਦਿਨਾਂ ਤੋਂ ਜਿਹੜੀਆਂ ਸਾਰੀਆਂ ਖਬਰਾਂ ਚੱਲੀਆਂ ਉਹ ਅਫਵਾਹ ਨਿਕਲੀਆਂ। ਦੇਖੋ, ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਮਾਹੌਲ ਸਿਰਜਿਆ ਗਿਆ, ਇਹਦੇ 'ਚ ਹਜੇ ਕਿਹਨੂੰ ਨਫਾ ਹੁੰਦਾ ਕਿਹਨੂੰ ਨੁਕਸਾਨ ਹੁੰਦਾ, ਇਹ ਆਉਣ ਵਾਲੇ ਸਮੇਂ 'ਚ ਤੈਅ ਹੋ ਜਾਊਗਾ। ਹੁਣ ਜਿਹੜੀ ਸਟੇਟ ਆ ਪੁਲਿਸ ਆ ਨਾ, ਉਹਨੇ ਆਪਣੇ ਹਿਸਾਬ ਦੇ ਨਾਲ ਕੰਮ ਕਰਨਾ ਹੈਗਾ। ਉਹਨਾਂ ਨੇ ਦੇਖਣਾ ਹੈਗਾ ਕੌਣ ਕੀ ਹੈ ਕੀ ਨਾ, ਉਹਨਾਂ ਦੇ ਹਿਸਾਬ ਨਾਲ ਤੁਸੀਂ ਕਹਿ ਸਕਦੇ ਹੋ ਕਿ ਉਹਨਾਂ ਦੀ ਤਿਆਰੀ ਹੈਗੀ ਆ। ਤੁਸੀਂ ਇੱਧਰਲੇ ਪਾਸੇ ਕਹਿ ਦਿਓ ਕਿ ਸ਼ਾਇਦ ਉਹ ਕਹਿ ਰਹੇ ਕਿ ਜ਼ਿਆਦਾ ਖੌਫ ਮਾਹੌਲ ਆ। ਪੁਲਿਸ ਦੀ ਜਵਾਬਦੇਹੀ ਵੀ ਹੈਗੀ, ਸਰਕਾਰ ਦੀ ਜਵਾਬਦੇਹੀ ਵੀ ਹੈਗੀ। ਹੁਣ ਸਵਾਲ ਇਹ ਹੈ ਕਿ ਅੰਮ੍ਰਿਤਪਾਲ ਦਾ ਹੈਗਾ, ਸ਼ਾਇਦ ਉਹਨਾਂ ਨੂੰ ਹੋਵੇ ਭੁਲੇਖਾ ਹੋਵੇ ਸਰਕਾਰ ਨੂੰ, ਜਾਂ ਉਹਨਾਂ ਨੂੰ ਇਨਪੁਟ ਹੋਵੇ ਕਿ ਸ਼ਾਇਦ ਅੱਜ ਆਜੂ ਕੱਲ੍ਹ ਆਜੂ ਭਲਕੇ ਆਜੂ, ਉਹ ਕਰਕੇ ਨਾ ਉਹਨਾਂ ਨੂੰ ਇਹ ਵੀ ਡਰ ਹੋਊਗਾ ਨਾ ਵੀ ਜੇ ਕਿਤੇ ਉਹ ਇੱਥੇ ਆ ਕੇ ਅੰਦਰ ਗੁਰਦੁਆਰਾ ਸਾਹਿਬ ਚਲਾ ਗਿਆ ਜਾਂ ਜਥੇਦਾਰ ਸਾਹਿਬ ਦੇ ਘਰ ਚਲ ਗਿਆ, ਤੇ ਫਿਰ ਸਟੇਟ ਦੇ ਕੀ ਹਾਲਾਤ ਹੋਣਗੇ ਨਾ। ਉਹ ਆਪਣੇ ਹਿਸਾਬ ਨਾਲ ਕੰਮ ਕਰ ਰਹੇ, ਤੁਸੀਂ ਆਪਣੇ ਹਿਸਾਬ ਨਾਲ ਕੰਮ ਕਰਨਾ। ਉਹ ਸਰਕਾਰ ਇਹ ਸੋਚ ਕੇ ਚੱਲ ਰਹੀ ਹੋਗੀ ਕਿ ਜੇ ਮਹਾਰਾਜ ਦੀ ਹਜ਼ੂਰੀ ਦੇ ਅੰਦਰ ਵੜ ਗਿਆ ਫਿਰ ਸਾਡੇ ਸਟੇਟ ਵਾਸਤੇ ਕੀ ਹੋਊਗਾ ਨਾ। ਤੇ ਇਸ ਕਰਕੇ ਉਹਨਾਂ ਨੂੰ ਉਹਨਾਂ ਦਾ ਕੰਮ ਕਰਨ ਦਿਓ, ਤੁਸੀਂ ਆਪਣਾ ਕੰਮ ਕਰੋ ਹੈ ਨਾ। ਇਸ ਕਰਕੇ ਹਰ ਇੱਕ ਦੀ ਡਿਊਟੀ ਹੈਗੀ, ਪਰ ਸਵਾਲ ਹੈ ਕਿ ਪੰਜਾਬ ਦੇ ਵਿੱਚ ਐਡਾ ਜ਼ਿਆਦਾ ਮਾਹੌਲ ਫੇਕ ਨਿਊਜ਼ ਤੇ ਇੱਕ ਗਰੁੱਪ ਬਣਾਉਣ ਦੀ ਵੀ ਗੱਲ ਹੋਈ। ਮੈਂ ਉਸ ਸਵਾਲ ਤੇ ਆਉਣਾ ਚਾਹੁੰਦਾ ਸੀਗਾ ਕਿ ਫੇਕ ਨਿਊਜ਼ ਨੂੰ ਲੈ ਕੇ ਉਹਨਾਂ ਨੇ ਜਿਹੜੀ 27 ਦੀ ਮੀਟਿੰਗ ਦੇ ਵਿੱਚ ਵੀ ਉਹਨਾਂ ਨੇ ਐਸਜੀਪੀਸੀ ਨੂੰ ਵੀ ਖੁਦ ਕਿਹਾ ਕਿ ਐਸਜੀਪੀਸੀ ਨੇ ਕਾਰਵਾਈ ਨਹੀਂ ਅਜੇ ਤੱਕ ਕੀਤੀ, ਜਿਹੜਾ ਇੱਥੇ ਕਰ ਦੇਣੀ ਚਾਹੀਦੀ ਸੀ। ਉਹਦਾ ਵਿਸ਼ਲੇਸ਼ਣ ਤੁਸੀਂ ਕਿਵੇਂ ਦੇਖਦੇ ਹੋ, ਜਿਹੜੀ ਫੇਕ ਨਿਊਜ਼? ਨਹੀਂ, ਫੇਕ ਨਿਊਜ਼ ਦਾ ਨਹੀਂ। ਜਿਹੜੇ ਜਥੇਦਾਰ ਸਾਹਿਬ ਨੇ ਫੇਕ ਨਿਊਜ਼ ਬਾਰੇ, ਜਥੇਦਾਰ ਸਾਹਿਬ ਨੇ ਤੇ ਇਹ ਕਿਹਾ ਕਿ ਜਿਹੜਾ ਨੈਸ਼ਨਲ ਮੀਡੀਆ ਉਹ ਪੰਜਾਬ ਨੂੰ ਟਾਰਗੇਟ ਕਰ ਰਿਹਾ ਹੈਗਾ, ਸਿੱਖਾਂ ਨੂੰ ਟਾਰਗੇਟ ਕਰ ਰਿਹਾ ਹੈਗਾ, ਕਿਉਂਕਿ ਉਹ ਇਦਾਂ ਦਾ ਵਰਤਾਂਤ ਸਿਰਜ ਦਿੱਤਾ ਗਿਆ ਕਿ ਸ਼ਾਇਦ ਪੰਜਾਬ 'ਚ ਖਾਲਿਸਤਾਨੀ ਬਣ ਗਿਆ, ਸ਼ਾਇਦ ਪੰਜਾਬ 'ਚ ਹਰ ਵੱਸਦਾ ਸਿੱਖ ਟੈਰੋਰਿਸਟ ਆ। ਉਹ ਜਿਹੜਾ ਤੋੜਨ ਵਾਲਾ ਨਾ ਸਿਸਟਮ, ਕਿਉਂਕਿ ਅਗਰ ਤੁਸੀਂ ਸਿੱਖਾਂ ਨੂੰ ਬਦਨਾਮ ਕਰੋਗੇ, ਪੰਜਾਬ ਨੂੰ ਬਦਨਾਮ ਕਰੋਗੇ, ਤੇ ਸਾਡੀਆਂ ਸੈਂਟਰ ਦੀਆਂ ਸਰਕਾਰਾਂ ਨੂੰ ਮੰਨ ਲੈਣਾ ਚਾਹੀਦਾ ਹੈਗਾ ਕਿ ਪੰਜਾਬ ਤੋਂ ਬਗੈਰ, ਸਿੱਖਾਂ ਤੋਂ ਬਗੈਰ ਭਾਰਤ ਨਹੀਂ ਹੈਗਾ,
ਤੇ ਭਾਰਤ ਤੋਂ ਬਗੈਰ ਪੰਜਾਬ ਨਹੀਂ ਹੈਗਾ। ਤੇ ਇਸ ਕਰਕੇ ਉਹ ਜਿਹੜਾ ਨਰੇਟਿਵ ਸਿਰਜਾ ਉਹਨੂੰ ਤੋੜਨ ਦੀ ਯਤਨ ਆ, ਉਹ ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਸਟੇਟ ਦੇ ਵਿੱਚ ਜਾਵੇ, ਉੱਥੋਂ ਦੀਆਂ ਜਿਹੜੀਆਂ ਕੈਪੀਟਲ ਨੇ ਰਾਜਧਾਨੀਆਂ, ਉੱਥੇ ਜਾ ਕੇ ਪ੍ਰੈਸ ਕਾਨਫਰੰਸ ਕਰੇ, ਸਿੱਖਾਂ ਦੇ ਇਤਿਹਾਸ ਬਾਰੇ ਦੱਸਣ, ਸਿੱਖਾਂ ਦੀਆਂ ਕੁਰਬਾਨੀਆਂ ਬਾਰੇ ਦੱਸਣ। ਇਹ ਨਹੀਂ ਨਾ ਗੁਰਦੁਆਰਿਆਂ ਦੇ ਤੁਸੀਂ ਮੀਟਿੰਗਾਂ ਕਰ ਲਈਆਂ ਤੇ ਬਸ ਇਲੈਕਸ਼ਨ ਲੜਦੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਫਰਜ਼ ਤੇ ਨਹੀਂ ਹੈਗਾ ਨਾ, ਉਹਦਾ ਫਰਜ਼ ਹੈ ਗੁਰੂ ਘਰ ਦੀ ਸੰਭਾਲ ਤੇ ਪ੍ਰਸਾਰ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਕੀ ਰਹੀ ਹੈਗੀ ਨਾ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਆਪ ਕਿਹਾ ਕਿ ਮੈਂ ਉਹਨਾਂ ਨੂੰ ਕਿਹਾ ਕਿ ਜਿਹੜੇ ਸਿੱਖਾਂ ਨੂੰ ਅਕਸ ਵਿਗਾੜ ਰਹੇ ਨੇ, ਉਸ ਕੌਮ ਦੇ ਜਿਨ੍ਹਾਂ ਨੇ ਇੰਨੀਆਂ ਮੁਗਲ ਕਾਲ ਤੋਂ ਲੈ ਕੇ ਹੁਣ ਤੱਕ ਕੁਰਬਾਨੀਆਂ ਹੀ ਦਿੱਤੀਆਂ, ਠੀਕ ਹੈ, ਤੇ ਜੇ ਉਹ ਤੁਸੀਂ ਕੁਰਬਾਨੀਆਂ ਨੂੰ ਜਾ ਕੇ ਜਿਹੜਾ ਨੈਸ਼ਨਲ ਮੀਡੀਆ ਤੁਸੀਂ ਸਹੀ ਨਹੀਂ ਦੱਸ ਰਹੇ, ਉਹ ਵਿਗਾੜ ਰਹੇ ਨੇ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਥੋੜਾ ਇੱਕ ਤੇ ਇੱਕ ਪਾਰਟੀ ਵਾਸਤੇ ਥੋੜਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹ ਤੇ ਸਾਰੇ ਸਿੱਖਾਂ ਦੀ ਹੈਗੀ। ਤੇ ਜੇ ਸਿੱਖਾਂ ਦਾ ਅਕਸ਼ ਖਰਾਬ ਹੋ ਰਿਹਾ, ਤੇ ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮ ਨਹੀਂ ਮੰਨ ਰਿਹਾ, ਅੱਜ ਉਹਨਾਂ ਕਿਹਾ ਮੈਂ ਆਦੇਸ਼ ਦਿੰਦਾ, ਤੇ ਜੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੀ ਹੁਕਮ ਨਹੀਂ ਮੰਨਦੇ ਹੈਗੇ, ਤੇ ਫਿਰ ਜਥੇਦਾਰ ਦੇ ਹੁਕਮ ਕੌਣ ਮੰਨੂਗਾ। ਤੇ ਇਸ ਕਰਕੇ ਮੈਨੂੰ ਲੱਗਦਾ ਕਿ ਇਹਦੇ ਵਾਸਤੇ ਤੇ ਜਥੇਦਾਰ ਨੇ ਜਿਹੜੇ ਹੁਕਮ ਦਿੱਤੇ ਹੈਗੇ ਨੇ, ਉਹਦੇ ਵਾਸਤੇ ਧਾਮੀ ਸਾਹਿਬ ਦੀ ਜ਼ਿੰਮੇਵਾਰੀ ਹੈ। ਧਾਮੀ ਸਾਹਿਬ ਖੁਦ ਵਕੀਲ ਨੇ, ਤੇ ਜਿਹੜੇ ਚੈਨਲ ਨੇ ਉਹਨਾਂ ਡਿਫੇਮ ਕੀਤਾ ਸਿੱਖਾਂ ਨੂੰ, ਕਿਉਂ ਨਹੀਂ ਨੋਟਿਸ ਕਰਦੇ ਯਾਰ। 10 ਲਾਈਨਾਂ ਲਿਖਣੀਆਂ ਹੈਗੀਆਂ ਕਿ ਅੱਜ ਤੋਂ ਬਾਅਦ ਜਿਹੜੀਆਂ ਪਿਛਲੀਆਂ ਮਾਫੀ ਮੰਗੋ, ਉਸੇ ਟਾਈਮ ਤੇ ਖਬਰਾਂ ਦਿਓ, ਸਿੱਖਾਂ ਬਾਰੇ ਸਹੀ ਦਿਓ, ਨਹੀਂ ਤਾਂ ਕਾਨੂੰਨੀ ਕਾਰਵਾਈ ਕਰੋ। ਤੇ ਜਦੋਂ ਤੁਸੀਂ ਕਾਨੂੰਨੀ ਕਾਰਵਾਈ ਕਰੋਗੇ ਤੇ ਫਿਰ ਤੇ ਐਡੀਟਰ ਵੀ ਇੱਥੇ ਆ ਕੇ ਮਾਫੀ ਮੰਗਣਗੇ। ਤੇ ਆਪਾਂ ਜੇ ਸਿਰਫ ਹਜੇ ਤੱਕ ਨੋਟਿਸ ਇਹ ਨਹੀਂ ਕੱਢੇ ਕਿ ਕਿਹਦੇ ਕੋਲ ਤੁਸੀਂ ਹੁਕਮ ਲੈਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਸਤੇ ਸੁਖਬੀਰ ਸਿੰਘ ਬਾਦਲ ਵੱਡੇ ਨੇ ਕਿ ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਡੇ ਨੇ। ਇਹੋ ਅਗਰ ਜਥੇਦਾਰ ਸਾਹਿਬ ਦਾ ਹੁਕਮ ਦੀ ਬਜਾਏ ਸੁਖਬੀਰ ਸਿੰਘ ਬਾਦਲ ਨੇ ਦਿੱਤਾ ਤੇ ਐਡਵੋਕੇਟ ਧਾਮੀ ਨੇ ਹੁਣ ਤੱਕ ਨੋਟਿਸ ਕੱਢ ਦੇਣੇ ਹੈਗੇ। ਹੁਣ ਜਥੇਦਾਰ ਸਾਹਿਬ ਨੇ ਇਹੀ ਕਹਿਣਾ ਕਿ ਮੈਨੂੰ ਦੁੱਖ ਆ, ਮੈਂ ਕਿਹਾ ਸੀ 27 ਤਰੀਕ ਨੂੰ, 27 ਤੋਂ ਲੈ ਕੇ ਅੱਜ ਕਿੰਨੀ ਤਰੀਕ ਹੋ ਗਈ, 27 ਤੇ 4 31 ਤੇ ਅੱਜ 7 11 12 ਦਿਨ ਹੋ ਗਏ, 12 ਦਿਨ ਹੋ ਗਏ। 12 ਦਿਨਾਂ ਦੇ ਵਿੱਚ ਤੁਸੀਂ ਜਥੇਦਾਰ ਸਾਹਿਬ ਦੇ ਹੁਕਮ ਨਹੀਂ ਮੰਨੇ ਹੈਗੇ, ਅੱਜ ਉਹਨਾਂ ਆਦੇਸ਼ ਦਿੱਤੇ ਨੇ। ਤੇ ਜੇ ਇਸ ਦੇ ਬਾਵਜੂਦ ਵੀ ਉਸ ਚੈਨਲ ਨੂੰ ਤੁਸੀਂ ਨੋਟਿਸ ਨਹੀਂ ਭੇਜੋਗੇ ਤੇ ਫਿਰ ਕੀ ਕਰ ਸਕਦੇ? ਫਿਰ ਤੇ ਧਾਮੀ ਸਾਹਿਬ ਤੇ ਹੀ ਕਰ ਸਕਦੇ ਗਿਲਾ ਕਿ ਉਹ ਜਥੇਦਾਰ ਸਾਹਿਬ ਉਹਦੇ ਵਿੱਚ ਸਿੱਖ ਰਿਆਸਤਾਂ ਦੇ ਜਿਹੜੇ ਝੰਡੇ ਸੀਗੇ ਉਹਨੂੰ ਗਲਤ ਤਰੀਕੇ ਨਾਲ ਉਹ ਵੀ ਉਹ ਜਿਹੜੀ ਆਈਪੀਐਸ ਆਫੀਸਰ ਦਾ ਪ੍ਰੈਸ ਕਾਨਫਰੰਸ ਕੀਤੀ ਆ, ਜਿਹਨੇ ਵੀ ਕੀਤੀ ਹੈਗੀ ਪੰਜਾਬ ਪੁਲਿਸ, ਉਹ ਬਣਾਓ ਡੀਜੀਪੀ ਨੂੰ ਪਾਰਟੀ ਬਣਾਓ। ਤੁਹਾਨੂੰ ਕਿਸੇ ਨੇ ਰੋਕਿਆ ਹੈਗਾ? ਤੁਹਾਨੂੰ ਕਿਸੇ ਨੇ ਰੋਕਿਆ ਨਹੀਂ। ਆਪਾਂ ਜੇ ਕਿਸੇ ਦੇ ਖਿਲਾਫ ਖਬਰ ਲਾ ਦੇ ਸਾਨੂੰ ਨਹੀਂ ਡੈਫਾਮੇਸ਼ਨ ਆਉਂਦਾ, ਤੇ ਜਦ ਤੁਸੀਂ ਖਾਲਸਾ ਰਾਜ ਦੇ ਝੰਡੇ ਤੁਹਾਨੂੰ ਇਹ ਨਹੀਂ ਪਛਾਣ, ਤੇ ਫਿਰ ਤੁਸੀਂ ਫਿਰ ਸਰਵਿਸ ਛੱਡ ਦੇਣੀ ਚਾਹੀਦੀ ਹੈਗੀ ਆ। ਤੁਸੀਂ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਉਹ ਦੇਖਣਾ ਹੀ ਚਾਹੀਦਾ ਕਿ ਝੰਡਾ ਸਿੱਖ ਇਤਿਹਾਸ ਦੇ ਵਿੱਚ ਕਿੱਡਾ ਮਹਾਨ, ਅੰਗਰੇਜ਼ਾਂ ਦੇ ਨਾਲ ਟੱਕਰ ਵਾਲੇ ਮਹਾਰਾਜਾ ਰਣਜੀਤ ਸਿੰਘ ਦਾ, ਤੇ ਉਹ ਫਿਰ ਉਹਦੀ ਜ਼ਿੰਮੇਵਾਰੀ ਕਿਹਦੀ ਹੈਗੀ ਆ? ਹੁਣ ਹਰ ਲੜਾਈ ਮੀਡੀਆ ਨੇ ਨਹੀਂ ਲੜਨੀ ਨਾ, ਹਰ ਲੜਾਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਹੀਂ ਲੜ ਰਹੀ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਸੀ। ਅਗਰ ਤੁਸੀਂ 98 ਲੱਖ 1 ਕਰੋੜ ਰੁਪਈਆ ਇੱਕ ਬਲਾਤਕਾਰੀ ਤੇ ਕਾਤਲ ਬਾਬੇ ਨੂੰ ਲੈ ਕੇ ਇਸ਼ਤਿਹਾਰ ਜਾਰੀ ਕਰ ਸਕਦੇ, ਤੇ 98 ਲੱਖ ਰੁਪਈਆ ਕੌਮ ਦੀ ਖਾਤਰ ਭਰ ਦਿਓ, ਉੱਥੇ ਡੈਫਾਮੇਸ਼ਨ ਕੇਸ ਭਰ ਦਿਓ। ਕੌਮ ਦੇ ਵਾਸਤੇ 98 ਲੱਖ ਕੀ ਆ? ਇੱਕ ਬਲਾਤਕਾਰੀ ਬਾਬੇ ਨੂੰ ਤੁਸੀਂ ਅਖਬਾਰਾਂ 'ਚ ਇਸ਼ਤਿਹਾਰ ਦਿੱਤੇ ਹੈਗੇ ਸੀ। ਤੇ ਇਸ ਕਰਕੇ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਹੁਕਮ ਨਹੀਂ ਮੰਨਦੀ, ਇਟ ਮੀਨ ਜਿਹੜੇ ਵਿਰੋਧੀ ਕਹਿ ਰਹੇ ਨੇ ਕਿ ਉਹ ਬਾਦਲਾਂ ਦਾ ਧੜਾ ਗਾ, ਉਹ ਦਾਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਧੋਣੇ ਚਾਹੀਦੇ ਹੈਗੇ। ਆਖਰੀ ਸਵਾਲ ਮੇਰਾ ਰਹੇਗਾ ਜੀ, ਜਿਹੜਾ ਸਵਾਦ ਦੀ ਗੱਲ ਕੀਤੀ ਹੈ ਔਰ ਸਿੱਖਾਂ ਦੀਆਂ ਜਿਹੜੀਆਂ ਪੁਰਾਣੀਆਂ ਮੰਗਾਂ ਨੇ ਜਾਂ ਜਿਹੜੇ ਵੱਧ ਅਧਿਕਾਰਾਂ ਦੀ ਗੱਲ ਹੈ, ਉਹਨਾਂ ਨੇ ਕਿਹਾ ਕਿ ਅਸੀਂ ਵਿਵਾਦ ਤਾਂ ਨਹੀਂ ਚਾਹੁੰਦੇ ਸਰਕਾਰ ਨਾਲ, ਸਾਡੇ ਨਾਲ ਬੈਠ ਕੇ ਗੱਲ ਕਰੇ ਔਰ ਉਹਨਾਂ ਨੂੰ ਸੁਲਝਾ ਲਿਆ ਜਾਵੇ। ਉਹਦੇ ਤੇ ਤੁਹਾਡਾ ਕੀ? ਉਹ ਤਾਂ ਦੇਖੋ ਅਕਾਲ ਤਖਤ ਸਾਹਿਬ ਦੇ ਜਥੇਦਾਰ, ਉਹਦਾ ਮੀਡੀਆ ਦੇ ਨਾਲ ਲੈਣਾ ਦੇਣਾ ਨਹੀਂ ਕੋਈ ਹੈਗਾ ਨਾ। ਮੀਡੀਆ ਦਾ ਲੈਣਾ ਦੇਣਾ ਕਿ ਜਿਹੜੀ ਪੰਜਾਬ ਦੇ ਵਿੱਚ ਜਾਂ ਸੈਂਟਰ 'ਚ ਜਿਹੜੀ ਅਨਡਿਕਲੇਅਰ ਐਮਰਜੈਂਸੀ ਲੱਗੀ ਆ ਉਸ 'ਤੇ ਕਰ ਗਿਆ। ਉਹ ਜਿਹੜਾ ਜਥੇਦਾਰ ਸਾਹਿਬ ਦਾ ਜਿਹੜਾ ਉਹ ਕਹਿ ਰਹੇ ਨੇ ਉਹ ਵੱਡੀਆਂ ਲੜਾਈਆਂ ਹੈਗੀਆਂ ਨੇ, ਉਹ ਜਥੇਦਾਰ ਲੜ ਸਕਦਾ, ਉਹ ਮੀਡੀਆ ਨਹੀਂ ਲੜ ਸਕਦਾ। ਮੀਡੀਆ ਦਾ ਜਿਹੜਾ ਮਸਲਾ ਸੀ ਉਹ ਇੱਥੋਂ ਤੱਕ ਆ ਕਿ ਪੰਜਾਬ ਦਾ ਜਿਹੜਾ ਮੀਡੀਆ ਹੈਗਾ, ਜਿਹਨੂੰ ਦਬਾਉਣ ਦੇ ਯਤਨ ਕੀਤੇ ਜਾ ਰਹੇ, ਜਿਹਨੂੰ ਖਤਮ ਕਰਨ ਦੇ ਯਤਨ ਕੀਤੇ, ਅਸਲੀ ਲੜਾਈ ਉਹ ਵੱਡੀਆਂ ਲੜਾਈਆਂ ਉਹਦੇ ਜਥੇਦਾਰ ਸਾਹਿਬ ਦੇਖਣ ਜਾਂ ਕੌਣ ਦੇਖਣ। ਧੱਕੇ ਦੇ ਖਿਲਾਫ ਉਹਨਾਂ ਨੇ ਕਿਹਾ ਕਿ ਜਿਹੜਾ ਧੱਕਾ ਹੋ ਰਿਹਾ ਮੀਡੀਆ ਦੇ ਨਾਲ ਵੀ, ਉਹਦੇ 'ਚ ਮੀਡੀਆ ਤਾਂ ਹੈਗਾ ਹੀ ਹੈ ਕਿ ਅਸੀਂ ਉਹਦੇ ਸਿੱਖਾਂ ਦਾ ਜਿਹੜਾ ਸਿਰਮੌਰ ਤਖਤ ਹੈ ਉਹ ਨਾਲ ਧੱਕਾ ਤੇ ਹਰ ਇੱਕ ਦੇ ਨਾਲ ਹੋ ਰਿਹਾ। ਮੀਡੀਆ ਦੇ ਧੱਕਾ ਹਰ ਇੱਕ ਦੇ ਨਾਲ, ਗਰੀਬ ਨਾਲ ਅਮੀਰ ਨਾਲ, ਜਿਹਦੀ ਪਹੁੰਚ ਨਹੀਂ ਹੈਗੀ। ਹਿੰਦੁਸਤਾਨ ਦੇ ਵਿੱਚ ਕਾਨੂੰਨ ਆ ਉਹ ਨਿਰਦਲ ਤੇ ਨਿਰਭਰ ਵਾਸਤੇ ਆ, ਕੁਛ ਨਹੀਂ ਹੈਗਾ। ਧੱਕਾ ਤੇ ਹਰ ਇੱਕ ਨੂੰ ਰਿਹਾ, ਲੇਕਿਨ ਸਾਡੇ ਕੋਲ ਇੱਕ ਮੰਚ ਹੈਗਾ, ਅਸੀਂ ਲੜਦੇ ਹੈਗੇ ਆ। ਇਸ ਕਰਕੇ ਸਾਡੇ ਕੋਲ ਬਹੁਤ ਸਾਰੇ ਪਲੇਟਫਾਰਮ, ਧੱਕਾ ਤੇ ਬਹੁਤ ਸਾਰਾ ਹਜੇ ਦੇਸ਼ ਦੀ ਜਨਤਾ ਨਾਲ ਹੋ ਰਿਹਾ।
ਉਹ ਧੱਕਾ ਹੀ ਹੋ ਰਿਹਾ ਪਿਛਲੇ ਕਈ ਸਦੀਆਂ ਤੋਂ। ਸਵਾਲ ਹੈ ਕਿ ਇਹ ਹੁਣ ਸਾਨੂੰ ਜਿਹੜਾ ਜਥੇਦਾਰ ਸਾਹਿਬ ਨੇ ਕਿਹਾ, ਉਹਨਾਂ ਨੇ ਜਿਹੜਾ ਐਲਾਨ ਕੀਤਾ ਅੱਜ ਕਿ ਚਾਹੇ ਪੰਜਾਬ ਦਾ ਮੀਡੀਆ, ਚਾਹੇ ਨੈਸ਼ਨਲ ਮੀਡੀਆ, ਚਾਹੇ ਵਰਲਡ ਦਾ ਮੀਡੀਆ, ਉਹਦੇ 'ਚ ਸਿੱਖੀ ਦਾ ਸਵਾਲ ਨਹੀਂ ਹੈਗਾ। ਉਹਨਾਂ ਕਿਹਾ ਜਿਹੜਾ ਮੀਡੀਆ ਹੈਗਾ, ਜੇ ਅਸੀਂ ਸਿਰਫ ਸਿੱਖੀ ਲੈ ਕੇ ਚੱਲਾਂਗੇ ਨਾ, ਸਾਡੀ ਸੋਚ ਛੋਟੀ ਹੋ ਜਾਂਦੀ ਹੈ। ਤੇ ਬਾਬੇ ਨਾਨਕ ਦਾ ਜਿਹੜਾ ਫਲਸਫਾ ਉਹ ਬਹੁਤ ਵੱਡਾ ਹੈਗਾ। ਅਸੀਂ ਬਾਬੇ ਨਾਨਕ ਦੇ ਫਲਸਫੇ ਨੂੰ ਧਿਆਨ ਵਿੱਚ ਰੱਖਦੇ ਕਰੋ, ਜਿੱਥੇ ਸਰਬੱਤ ਦੇ ਭਲੇ ਦੀ ਗੱਲ ਹੁੰਦੀ ਆ, ਸਿੱਖਾਂ ਦੀ ਗੱਲ ਨਹੀਂ ਹੁੰਦੀ, ਸਰਬੱਤ ਦੇ ਭਲੇ ਦੀ ਆ। ਤੇ ਉਹ ਕਹਿੰਦੇ ਕਿ ਜਿੱਥੇ ਵੀ ਹੋਊਗਾ ਅਕਾਲ ਤਖਤ ਸਾਹਿਬ ਉਹ ਕਰਨਗੇ। ਉਹ ਕਿਹੜੀ ਲੜਾਈ ਲੜਦੇ ਨੇ, ਉਹ ਤੇ ਵੱਡੇ ਜਥੇਦਾਰ ਸਾਹਿਬ ਨੇ ਲੋੜ ਪਈ, ਉਹਨੇ ਕਿਹਾ ਕਿ ਇੱਕ ਹੋਰ ਮੀਟਿੰਗ ਹੋਏਗੀ, ਉਸ ਮੀਟਿੰਗ 'ਚ ਨਿਰਣਾ ਲਿਆ ਜਾਊਗਾ ਵੀ ਇਹੋ ਜਿਹੇ ਲੋਕਾਂ ਦੇ ਖਿਲਾਫ ਕਿਵੇਂ ਟੱਕਰ ਕਰਨਾ। ਉਹ ਹਰ ਇੱਕ ਦੇ ਖਿਲਾਫ ਜਿਹੜਾ ਵੀ ਕੋਈ ਵਿਚਾਰਾ ਦੱਬੇ ਕੁਚਲੇ ਲੋਕ ਆ, ਉਹਨਾਂ ਦੀ ਉਹਦੀ ਆਵਾਜ਼ ਤੇ ਅਸੀਂ ਬਣ ਸਕਦੇ ਹਾਂ। ਉਹ ਆਵਾਜ਼ ਅਸੀਂ ਬਣਨ ਦੀ ਕੋਸ਼ਿਸ਼ ਕਰਦੇ, ਸਰਕਾਰਾਂ ਸਾਨੂੰ ਦਬਾ ਲੈਂਦੀਆਂ। ਉਹ ਜਥੇਦਾਰ ਸਾਹਿਬ ਨੇ ਜਿਹੜੀ ਮੀਟਿੰਗ ਬੁਲਾਈ ਹੈ, ਲਾਜ਼ਮੀ ਤੌਰ ਤੇ ਚਾਹੇ ਪੰਜਾਬ ਦੀ ਸਰਕਾਰ ਹੈ, ਚਾਹੇ ਸੈਂਟਰ ਦੀ ਸਰਕਾਰ ਹੈ, ਉਹਨਾਂ ਨੂੰ ਜ਼ਰੂਰ ਉਹਨਾਂ ਨੂੰ ਫਰਕ ਪਏਗਾ ਨਾ। ਲੰਬੀ ਗੱਲਬਾਤ ਲਈ ਧੰਨਵਾਦ। ਤਾਂ ਇਸ ਵਿਸ਼ਲੇਸ਼ਣ ਦੇ ਨਾਲ ਤੁਹਾਡੇ ਤੋਂ ਵਿਦਾ ਚਾਹਾਂਗੇ। ਬਣੇ ਰਹੋ ਗਲੋਬਲ ਪੰਜਾਬ ਟੀਵੀ ਦੇ ਨਾਲ। ਧੰਨਵਾਦ।